ਬੋਲੀਏ ਜੇ ਬਹੁਤਾ ਲੋਕੀ ਕਮਲਾ ਹੀ ਆਖਦੇ ਨੇ, ਜੇ ਰਹੀਏ ਚੁੱਪ ਫਿਰ ਆਖਦੇ ਬਿਮਾਰ ਹੈ। ਰੱਜ ਕੇ ਜੇ ਖਾਈਏ ਕਹਿੰਦੇ ਦਿਨਾਂ 'ਚ ਉਜੜ ਜਾਊ, ਜੇ ਰਹੀਏ ਭੁੱਖੇ ਕਹਿੰਦੇ ਕੰਗਲਾ ਗਮਾਰ ਹੈ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਨਹੀਂਓ ਲੱਭਣੇ ਰੰਗ ਗੁਆਚੇ 'ਚ ਤੇ ਹਾਜ਼ਰ ਹਾਂ ਮੈਂ ਗੁਰਜੀਤ। ਅਸੀਂ ਆਪਣੇ ਇਸ ਪ੍ਰੋਗਰਾਮ 'ਚ ਗੱਲ ਕਰਦੇ ਹਾਂ ਸਾਡੇ ਸੱਭਿਆਚਾਰ ਦੇ, ਸਾਡੇ ਪੰਜਾਬੀ ਸਮਾਜ ਦੇ ਅਲੋਪ ਹੋ ਚੁੱਕੇ ਜਾਂ ਅਲੋਪ ਹੋ ਰਹੇ ਰੰਗਾਂ ਦੀ। ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਲੋਕ ਗਾਇਕੀ ਦੇ ਇੱਕ ਖਾਸ ਅੰਦਾਜ਼ ਕਵਿਸ਼ਰੀ ਦੀ। ਕਵਿਸ਼ਰੀ ਪੰਜਾਬੀ ਲੋਕਾਂ ਦੇ ਖੂਨ ਮਾਸ 'ਚ ਰਚੀ ਹੋਈ ਉਹ ਗਾਇਨ ਕਲਾ ਜਿਸ ਦੀ ਕਿਸੇ ਸਮੇਂ ਮੇਲਿਆਂ ਮਸਾਣਿਆਂ ਤੇ ਛਿੰਝਾਂ ਤੇ ਤੂਤੀ ਬੋਲਦੀ ਸੀ। ਕਵਿਸ਼ਰੀ ਅਸਲ 'ਚ ਬਿਨਾਂ ਕਿਸੇ ਸੰਗੀਤਕ ਸਾਜ਼ ਤੋਂ ਗਾਈ ਜਾਂਦੀ ਹੈ। ਖੁਸ਼ੀ ਦੇ ਤਿਉਹਾਰ, ਵਿਆਹ, ਮੰਗਣਿਆਂ ਤੇ ਕਵਿਸ਼ਰ ਸੱਦੇ ਜਾਂਦੇ ਤੇ ਦੂਰੋਂ ਦੂਰੋਂ ਲੋਕ ਕਵਿਸ਼ਰਾਂ ਦੇ ਇਹਨਾਂ ਅਖਾੜਿਆਂ 'ਚ ਆ ਜੁੜਦੇ ਤੇ ਆਪਣਾ ਮਨੋਰੰਜਨ ਕਰਦੇ, ਆਨੰਦ ਮਾਣਦੇ। ਕਵਿਸ਼ਰੀ ਦਾ ਜਨਮ ਮਾਲਵੇ ਦੀ ਧਰਤੀ ਤੇ ਹੋਇਆ, ਤਾਂ ਹੀ ਮਾਲਵੇ ਨੂੰ ਕਵਿਸ਼ਰੀ ਦੇ ਮੁੱਢ ਵਜੋਂ ਜਾਣਿਆ ਜਾਂਦਾ ਹੈ। ਜੋ ਆਦਮੀ ਕਵਿਸ਼ਰੀ ਲਿਖਦਾ ਜਾਂ ਗਾਉਂਦਾ ਹੈ ਉਸਨੂੰ ਕਵਿਸ਼ਰ ਆਖਦੇ ਹੈ। ਕਵਿਸ਼ਰੀ ਨੂੰ ਜੋੜੀ ਦੇ ਰੂਪ 'ਚ ਗਾਇਆ ਜਾਂਦਾ ਹੈ ਤੇ ਗਾਉਣ ਵਾਲੀ ਟੋਲੀ ਨੂੰ ਜਥਾ ਕਿਹਾ ਜਾਂਦਾ ਹੈ। ਜਥੇ ਦੇ 2 ਜਣੇ ਗਾਉਂਦੇ ਹੈ ਤੇ ਤੀਜਾ ਸਾਥੀ ਜੋ ਜਥੇ ਦਾ ਮੁਖੀ ਹੁੰਦਾ ਹੈ ਉਹ ਕਥਾ ਜਾਂ ਗਾਥਾ ਦੀ ਭੂਮਿਕਾ ਬਣ ਕੇ ਉਸ ਦੀ ਵਿਆਖਿਆ ਕਰਦਾ ਹੈ। ਕਵਿਸ਼ਰੀ ਦਾ ਆਰੰਭ ਆਮ ਤੌਰ ਤੇ ਦੋਹਰੇ ਨਾਲ ਕੀਤਾ ਜਾਂਦਾ ਹੈ। ਇਸ ਤਰ੍ਹਾਂ ਪਰਤ ਦਰ ਪਰਤ ਛੰਦ ਚੱਲਦੇ ਜਾਂਦੇ ਹੈ ਤੇ 2.5-3 ਘੰਟੇ ਦੇ ਇੱਕ ਅਖਾੜੇ 'ਚ ਕੋਈ ਨਾ ਕੋਈ ਪ੍ਰਸੰਗ ਪੂਰਾ ਕੀਤਾ ਜਾਂਦਾ ਹੈ। ਪਹਿਲਾਂ ਕੋਈ ਸਟੇਜ ਨਹੀਂ ਸੀ ਹੁੰਦੀ ਤੇ ਕਵਿਸ਼ਰ ਲੋਕਾਂ ਦੇ ਗੋਲ ਦਾਇਰੇ ਦੇ ਵਿਚਾਲੇ ਖੜ ਜਾਂਦੇ ਤੇ ਆਸ-ਪਾਸ ਲੋਕ ਇਕੱਠੇ ਹੋ ਜਾਂਦੇ ਤੇ ਕਵਿਸ਼ਰੀ ਸੁਣਦੇ। ਪਰ ਹੌਲੀ-ਹੌਲੀ ਸਟੇਜਾਂ ਲਾਉਣ ਦਾ ਜਦੋਂ ਰਿਵਾਜ ਚੱਲ ਪਿਆ ਤਾਂ ਕਵਿਸ਼ਰ ਸਟੇਜਾਂ ਤੇ ਖੜ ਕੇ ਗਾਉਣ ਲੱਗ ਪਏ, ਜੋ ਅੱਜ ਕੱਲ੍ਹ ਵੀ ਜਾਰੀ ਹੈ। ਕਵਿਸ਼ਰਾਂ ਦਾ ਪਹਿਰਾਵਾ ਵੀ ਬਹੁਤ ਸੋਹਣਾ ਤੇ ਦਿਲ ਖਿੱਚਵਾਂ ਹੁੰਦਾ ਸੀ। ਚਿੱਟੇ ਕਲੀਆਂ ਵਾਲੇ ਕੁੜਤੇ, ਚਿੱਟੇ ਸਿੱਟਵੇਂ ਚਾਦਰੇ, ਮਾਵਾ ਲੱਗੀਆਂ ਚਿੱਟੀਆਂ ਟੌਰੇ ਤੇ ਫਰਲੇਦਾਰ ਪੱਗਾਂ ਬੰਨੀਆਂ ਹੁੰਦੀਆਂ ਤੇ ਪੈਰੀਂ ਕੱਢਵੀਆਂ ਨੋਕਦਾਰ ਜੁੱਤੀਆਂ ਪਾਈਆਂ ਹੁੰਦੀਆਂ। ਬਹੁਤੇ ਸ਼ੌਕੀਨ ਕਵਿਸ਼ਰਾਂ ਦੇ ਤਾਂ ਗਲਾਂ 'ਚ ਕੈਂਠੇ ਵੀ ਪਾਏ ਹੁੰਦੇ ਸੀ। ਕਵਿਸ਼ਰਾਂ ਦਾ ਚਿੱਟਾ ਤੇ ਸਾਫ਼ ਪਹਿਰਾਵਾ ਸਵੱਛਤਾ ਤੇ ਉੱਚੇ ਸੁੱਚੇ ਆਚਰਨ ਦੀ ਨਿਸ਼ਾਨੀ ਹੁੰਦਾ ਸੀ। ਪਰ ਅੱਜ ਕੱਲ੍ਹ ਨਵੇਂ ਕਵਿਸ਼ਰਾਂ ਨੇ ਪੁਰਾਣੇ ਪਰੰਪਰਾਗਤ ਪਹਿਰਾਵੇ, ਕੁੜਤੇ ਚਾਦਰੇ ਦੀ ਥਾਂ ਕੁੜਤੇ ਪਜਾਮੇ ਤੇ ਪੋਚਵੀਆਂ ਪੱਗਾਂ ਬੰਨਣੀਆਂ ਸ਼ੁਰੂ ਕਰ ਦਿੱਤੀਆਂ। ਜੇ ਕਵਿਸ਼ਰੀ ਦੇ ਪਿਛੋਕੜ ਵੱਲ ਝਾਤ ਮਾਰੀਏ ਤਾਂ ਇਸ ਦੀ ਸ਼ੁਰੂਆਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਹੋਈ ਮੰਨੀ ਜਾ ਸਕਦੀ ਹੈ, ਕਿਉਂਕਿ ਯੋਧਿਆਂ ਨੂੰ ਜੰਗ 'ਚ ਲੜਨ ਲਈ ਜੋਸ਼ ਦੇਣ ਵਾਲੀ ਇੱਕ ਖਾਸ ਅੰਦਾਜ਼ ਦੀ ਗਾਇਕੀ ਦੀ ਲੋੜ ਸੀ। ਇਸੇ ਕਰਕੇ ਕਵਿਸ਼ਰੀ ਆਮ ਤੌਰ ਤੇ ਬਹਾਦਰੀ ਜਾਂ ਦਲੇਰੀ ਬਾਰੇ ਗਾਈ ਜਾਂਦੀ ਹੈ, ਜਿਸ ਨੂੰ ਵੀਰ ਰਸ ਕਿਹਾ ਜਾਂਦਾ ਹੈ। ਕਵਿਸ਼ਰੀ ਬਿਨਾਂ ਕਿਸੇ ਸੰਗੀਤਕ ਸਾਜ਼ਾਂ ਤੋਂ ਗਾਈ ਜਾਂਦੀ ਹੈ ਤੇ ਇਸ ਨੂੰ ਗਾਉਣ ਵਾਲੇ ਆਪਣੀ ਆਵਾਜ਼ ਨਾਲ ਹੀ ਸਾਜ਼ਾਂ ਦੀ ਘਾਟ ਨੂੰ ਪੂਰਾ ਕਰ ਦਿੰਦੇ ਆ। ਕਵਿਸ਼ਰ ਆਪਣੀਆਂ ਸੁਰੀਲੀਆਂ ਤੇ ਟੁਣਕਦੀਆਂ ਆਵਾਜ਼ਾਂ ਦੇ ਦਮ ਤੇ ਹੀ ਸਰੋਤਿਆਂ ਨੂੰ ਕੀਲ ਕੇ ਬਿਠਾ ਲੈਂਦੇ ਆ। ਜੇ ਮਾਲਵੇ ਦੀ ਗੱਲ ਕਰੀਏ ਤਾਂ ਪੁਰਾਣੇ ਸਮੇਂ ਤੋਂ ਹੀ ਲੱਗਦੇ ਛਪਾਰ, ਜਰਗ ਦੇ ਮੇਲੇ, ਜਗਰਾਵਾਂ ਦੀ ਰੌਸ਼ਨੀ, ਮੇਲਾ ਤਖਤੂਪੁਰਾ, ਮੇਲਾ ਮਾਘੀ ਮੁਕਤਸਰ, ਮਾਈਸਰਖਾਨੇ ਦਾ ਮੇਲਾ, ਚੜਿੱਕ ਦੀ ਮੰਡੀ, ਬਠਿੰਡੇ ਹਾਜੀ ਰਤਨ ਲੱਗਣ ਵਾਲਾ ਮੇਲਾ, ਇਹ ਮੇਲੇ ਇਤਿਹਾਸਕ ਪੱਖ ਤੋਂ ਤਾਂ ਭਰਦੇ ਹੀ, ਪਰ ਇਹਨਾਂ ਮੇਲਿਆਂ ਦੀ ਵਿਸ਼ੇਸ਼ਤਾ ਇਸ ਗੱਲ ਤੋਂ ਵੀ ਸੀ ਕਿ ਇਹਨਾਂ ਮੇਲਿਆਂ ਤੇ ਗਾਉਣ ਵਾਲੇ ਕਵਿਸ਼ਰ ਤੇ ਗਵੰਤਰੀ ਆਪਣੇ ਆਪਣੇ ਅਖਾੜਿਆਂ ਵਜੋਂ ਪ੍ਰਸਿੱਧ ਸੀ। ਇਹਨਾਂ ਮੇਲਿਆਂ ਨੂੰ ਜੇ ਕਵਿਸ਼ਰਾਂ ਜਾਂ ਗਵੰਤਰੀਆਂ ਦਾ ਕੁੰਭ ਆਖ ਦਿੱਤਾ ਜਾਵੇ ਤਾਂ ਗਲਤ ਗੱਲ ਨਹੀਂ ਸੀ। ਕਵਿਸ਼ਰੀ ਲਿਖਣ ਤੇ ਗਾਉਣ ਪੱਖੋਂ ਮਾਲਵੇ ਦਾ ਇਲਾਕਾ ਹੀ ਮੋਹਰੀ ਰਿਹਾ, ਪਰ ਮਾਝੇ, ਦੁਆਬੇ ਤੇ ਪੁਆਧ ਖੇਤਰ ਦੇ ਕਵਿਸ਼ਰਾਂ ਨੇ ਵੀ ਕਵਿਸ਼ਰੀ ਰਚਨ ਤੇ ਗਾਉਣ 'ਚ ਆਪੋ ਆਪਣਾ ਯੋਗਦਾਨ ਪਾਇਆ। ਅੱਜ ਕੱਲ੍ਹ ਵੀ ਬਹੁਤ ਸਾਰੇ ਸਥਾਪਤ ਤੇ ਉੱਭਰਦੇ ਕਵਿਸ਼ਰ ਇਸ ਕਲਾ ਨਾਲ ਜੁੜੇ ਹੋਏ ਹੈ। ਗੁਰਨਾਮ ਸਿੰਘ ਬਾਸੀ ਅਰਕ ਨੇ ਲੰਮਾ ਸਮਾਂ ਕਵਿਸ਼ਰੀ ਕੀਤੀ। ਨਸੀਬ ਚੰਦ ਪਾਤੜਾਂ ਪ੍ਰਸਿੱਧ ਕਵਿਸ਼ਰ ਹੈ। ਦਿਲਾਰਾਮ ਭੂਦਨ ਦੇ ਚੇਲਿਆਂ 'ਚ ਫਕੀਰ ਸਿੰਘ ਫੱਕਰ, ਸੱਜਣ ਸਿੰਘ ਭੂਦਨ ਤੇ ਹੋਰ ਬਹੁਤ ਸਾਰੇ ਕਵਿਸ਼ਰ ਸ਼ਾਮਲ ਹਨ। ਸੂਬੇਦਾਰ ਹੰਸ ਸਿੰਘ ਬਰਾੜ ਦੇ ਸ਼ਾਗਿਰਦਾਂ 'ਚ ਹਰਦੇਵ ਸਿੰਘ ਲਾਲਬਾਈ ਦਾ ਜੱਥਾ, ਨਛੱਤਰ ਸਿੰਘ ਮਹਿਮਾ ਸਰਜਾ ਦਾ ਜੱਥਾ, ਸੁਖਵਿੰਦਰ ਸਿੰਘ ਸੁਤੰਤਰ ਪੱਕਾ ਕਲਾਂ ਦਾ ਜੱਥਾ ਚੰਗਾ ਨਾਮ ਨਾਲ ਖੱਟ ਰਹੇ ਹੈ। ਪੰਡਤ ਸੋਮਨਾਥ ਰੋਡਿਆਂ ਵਾਲੇ, ਜਗਰਾਜ ਸਿੰਘ ਮੌੜ, ਅਮਰੀਕ ਸਿੰਘ ਛਾਜਲੀ, ਮਾਸਟਰ ਭੀਮ ਸਿੰਘ ਮੌੜ, ਸੋਹਣ ਸਿੰਘ ਸਲਾਣਾ, ਨਿਰਮਲ ਸਿੰਘ ਨੂਰ, ਮਾਸਟਰ ਪ੍ਰੀਤ ਚੱਠੇ, ਮਾਸਟਰ ਰੇਵਤੀ ਪ੍ਰਸਾਦ, ਰੂਪ ਰਸੀਲਾ ਤੇ ਜਗਦੇਵ ਸਾਹੋਂ ਕੇ,
ਵਰਗੇ ਕਵਿਸ਼ਰ ਇਸ ਕਲਾ ਨੂੰ ਪ੍ਰਫੁੱਲਿਤ ਕਰ ਰਹੇ ਹੈ। ਕਵਿਸ਼ਰੀ ਨੂੰ ਗ੍ਰਾਮੋਫੋਨ ਦੇ ਕਾਲੇ ਤਵਿਆਂ 'ਚ ਰਿਕਾਰਡ ਹੋਣ ਦਾ ਮਾਣ ਵੀ ਪ੍ਰਾਪਤ ਹੋਇਆ ਹੈ ਤੇ ਇਹ ਮਾਣ ਦਿਵਾਉਣ 'ਚ ਕਵਿਸ਼ਰ ਮੋਹਨ ਸਿੰਘ ਰੋਡੇ, ਕਰਨੈਲ ਸਿੰਘ ਪਾਰਸ, ਰਣਜੀਤ ਸਿੰਘ ਤੇ ਸਤਿੰਦਰਪਾਲ ਸਿੰਘ ਸਿੱਧਵਾਂ, ਮੱਗਰ ਸਿੰਘ ਬਰੜਵਾਲ, ਗੁਰਦੇਵ ਸਿੰਘ ਸ਼ਾਂਤ, ਚੰਦ ਸਿੰਘ ਜੰਡੀ, ਕਰਤਾਰ ਸਿੰਘ ਮੰਡੀ ਕਲਾਂ, ਬਲਵੰਤ ਸਿੰਘ ਰਾਮੂਵਾਲੀਆ ਤੇ ਉਸਦੇ ਭਰਾ ਤੇ ਜੋਗਾ ਸਿੰਘ ਜੋਗੀ ਸ਼ਾਮਲ ਹੈ, ਜਿਨ੍ਹਾਂ ਦੀਆਂ ਆਵਾਜ਼ਾਂ ਨੂੰ ਵੱਖ-ਵੱਖ ਰਿਕਾਰਡਿੰਗ ਕੰਪਨੀਆਂ ਨੇ ਤਵਿਆਂ 'ਚ ਸਾਂਭਿਆ ਹੋਇਆ ਹੈ। ਕੈਸਟਾਂ 'ਚ ਤਾਂ ਬਹੁਤ ਸਾਰੇ ਕਵਿਸ਼ਰਾਂ ਦੀਆਂ ਕੈਸਟਾਂ ਰਿਕਾਰਡ ਹੋ ਚੁੱਕੀਆਂ। ਇਹ ਜੀ ਵੈਦ ਰਸੋਈਏ ਤੇ ਕਵੀਸ਼ਰਾਂ ਨਾ ਵੈਰ ਮਾੜਾ, ਚੌਥਾ ਵੈਰ ਘਰ ਦੀ ਜਨਾਨੀ ਨਾਲ ਪਾਈਏ ਨਾ, ਹੋਰ ਵੈਰ ਪਾਉਣਾ ਮਾੜਾ ਸੂਰਮੇ ਪੁਲਿਸ ਨਾਲ, ਸੱਤਵੇਂ ਗਵਾਂਡੀਆਂ ਦੇ ਨਾਲ ਵਗੜਾਈਏ ਨਾ, ਜਰਵਾਣੇ ਨਾਲ ਸੱਜਣ ਪਰਾਣੇ ਨਾਲ, ਦਸਵੇਂ ਮਕਾਨ ਪਾਈਏ ਰਾਜਾਂ ਨਾ ਗਵਾਈਏ ਨਾ, ਤੇ ਜਵਾਈ ਨਾਲ 11ਵੇਂ ਵਿਗਾੜੀਏ ਨਾ, 12ਵੇਂ ਬਿਰਧ ਹੋ ਕੇ ਸ਼ਾਦੀ ਕਰਵਾਈਏ ਨਾ, ਦੁਸ਼ਮਣਾਂ ਦੀ ਨਿੰਦਿਆ ਨੂੰ ਨਾ ਚਿਰ ਕਰੀਏ ਨਾ, ਦੁਸ਼ਮਣਾਂ ਦੀ ਨਿੰਦਿਆ ਨੂੰ ਨਾ ਚਿਰ ਕਰੀਏ ਨਾ, ਜਿੰਨਾ ਚਿਰ ਮਾਰ ਕੇ ਤੇ ਜਾਨ ਤੋਂ ਮਕਾਈਏ ਨਾ, ਸੱਚੀ ਗੱਲ ਕਰੀਏ ਬੁਰਾਈ ਵਿੱਚ ਸੱਥ ਦੇਣਾ, ਹੋਵੇ ਜੇ ਕਿਸੇ ਨਾ ਦੁੱਖ ਦਿਲ ਤੋਂ ਭਲਾਈਏ ਨਾ, ਜਾਇਦਾਦ ਬਾਪ ਦੀ ਵਿਗਾੜੀਏ ਨਾ ਵੀਰ ਬੱਲਾ, ਵੈਰੀਆਂ ਦੀ ਚੀਜ਼ ਕਦੇ ਮੁੱਖ ਤੇ ਟਕਾਈਏ ਨਾ, ਵੈਰੀਆਂ ਦੀ ਚੀਜ਼ ਕਦੇ ਮੁੱਖ ਤੇ ਟਕਾਈਏ ਨਾ, ਰੱਖ ਕੇ ਤੇ ਭੁੱਖ ਥੋੜਾ ਖਾਣਾ ਪ੍ਰਸ਼ਾਦਾ ਚੰਗਾ, ਕਦੇ ਵੀ ਸਰੀਰ ਦੀ ਖੁਰਾਕ ਨੂੰ ਘਟਾਈਏ ਨਾ, ਫੂਲ ਵਿੱਚ ਦਾਲ ਅਤੇ ਤਾਪ ਮੇ ਘਿਓ ਮਾੜਾ, ਹੋਵੇ ਬਵਾਸੀਰ ਤੇ ਮਿਰਚ ਲਾਲ ਖਾਈਏ ਨਾ, ਬਾਹਮਣਾਂ ਨੂੰ ਮਾਸ ਤੇ ਸ਼ਰਾਬ ਮਾੜੀ ਕਾਜੀਆਂ ਨੂੰ, ਸਿੱਖਾਂ ਨੂੰ ਤੰਬਾਕੂ ਮਾਰਾ ਝੂਠ ਬਦਲਾਈਏ ਨਾ, ਰਾਗੀਆਂ ਨੂੰ ਤੇਲ ਖਟਿਆਈ ਮਾੜੀ ਖਾਲਸਾ ਜੀ, ਮੱਲਾਂ ਨੂੰ ਸ਼ਰਾਬ ਦੀ ਕਦੇ ਵੀ ਹੋਣੀ ਚਾਹੀਏ ਨਾ, ਸਾਕੂਆਂ ਤੇ ਤਾਈ ਅੰਨ ਪਾਣੀਏ ਛਕਾਉਣਾ ਮਾੜਾ, ਸਾਕਾ ਸਨ ਬੰਦਾਂ ਵਿੱਚ ਚੋਰ ਨੂੰ ਲਜਾਈਏ ਨਾ, ਮਾਈ ਬਾਪ ਤਾਈ ਗਾਲ ਕੱਢਣੀ ਏ ਬਹੁਤ ਮਾੜੀ, ਖਾਨ ਪਰਵਾਨ ਬਿਨਾ ਲੜਕੀ ਵਿਆਹੀਏ ਨਾ, ਪੁੱਤਰ ਜਵਾਨ ਤਾਈ ਘੂਰੀਏ ਨਾ ਵੀਰ ਬੱਲਾ, ਮਿੱਤਰਾਂ ਦੇ ਘਰ ਨਿੱਤ ਬਿੰਦੇ ਬਿੰਦੇ ਜਾਈਏ ਨਾ, ਜਿੱਥੇ ਹੋਵੇ ਰੱਖਣਾ ਲਿਹਾਜ਼ ਕੁਝ ਦੇਰ ਤਾਈ, ਉੱਥੇ ਲੈਣ ਦੇਣ ਦਾ ਵਿਹਾਰ ਬਹੁਤਾ ਪਾਈਏ ਨਾ, ਦੱਸੀਏ ਨਾ ਦੂਸਰੇ ਨੂੰ ਭੇਦ ਕਰ ਆਪਣੇ ਦਾ, ਰਾਜ ਜਨਾਨੀ ਜਾਂਦੀ ਕੱਲੀ ਨੂੰ ਬੁਲਾਈਏ ਨਾ, ਰਾਜ ਜਨਾਨੀ ਜਾਂਦੀ ਕੱਲੀ ਨੂੰ ਬੁਲਾਈਏ ਨਾ, ਇਸ ਨਾਲ ਬੈਠ ਕੇ ਤੇ ਕੇ ਭਾਂਡੇ ਖਾ ਲਈਏ, ਯਾਦ ਰੱਖੋ ਬੁਰਾ ਕਦੇ ਉਸ ਦਾ ਤਕਾਈਏ ਨਾ, ਦੁਨੀਆ ਤੇ ਵਿਰਲੇ ਸੱਜਣ ਰਹਿ ਗਏ ਵੀਰ ਬੱਲਾ, ਬਿਨਾਂ ਅਜਮੈਸ਼ ਕੀਤੇ ਪੱਗ ਨੂੰ ਵਟਾਈਏ ਨਾ, ਕੀ ਅਗਵਾਈ ਤਾਂ ਕਿਸੇ ਦੀ ਕਦੇ ਭਰੀਏ ਨਾ, ਕਰੇ ਜੇ ਕੋਈ ਗੁਣ ਗੋਣੀ ਉਸ ਦਾ ਭੁਲਾਈਏ ਨਾ, ਨਾਲ ਪਰਦੇਸੀ ਕਦੇ ਪਾਈਏ ਨਾ ਪਰੀਤ ਗੂੜੀ, ਪਾਲੀਏ ਪਰੀਤ ਫੇਰ ਪਿੱਛੋਂ ਪਛਤਾਈਏ ਨਾ, ਫਿਰ ਸਖੀਆਂ ਭੈਣਾਂ ਦਾ ਸਾਖ ਇੱਕੇ ਜਗ੍ਹਾ ਕਰੀਏ ਨਾ, ਸਖੀਆਂ ਭੈਣਾਂ ਦਾ ਸਾਖ ਇੱਕੇ ਘਰ ਕਰੀਏ ਨਾ, ਆਪ ਤੋਂ ਵੱਡੇ ਨੂੰ ਕਦੇ ਮਿੱਤਰ ਬਣਾਈਏ ਨਾ, ਵੈਦ ਨਿਰਭਜੋਤਸ਼ੀ ਸੰਤਾਂ ਦੇ ਡੇਰੇ ਜਾਣਾ ਹੋਵੇ, ਕਹਿਣਾ ਰਾਜਨੀਤ ਦਾ ਖਾਲੀ ਹੱਥੀ ਜਾਈਏ ਨਾ, ਐਨ ਕੋਲੇ ਭਾਈ ਸਹੁਰੇ ਰਹਿਣਾ ਏ ਜਵਾਈ ਮਾੜਾ, ਉੱਤੇ ਹੋਏ ਸ਼ੇਰ ਤਾਈ ਕਦੇ ਵੀ ਜਗਾਈਏ ਨਾ, ਹਾਂਜੀ ਹਾਂਜੀ ਉਹਨਾਂ ਚਿਰ ਕਹਿੰਦੇ ਰਹੋ ਵਿਚੋਲੇ ਤਾਈ, ਜਿੰਨਾ ਚਿਰ ਵਿਆਹ ਕੇ ਘਰ ਡੋਲੇ ਨੂੰ ਲਿਆਈਏ ਨਾ, ਜਿੰਨਾ ਚਿਰ ਵਿਆਹ ਕੇ ਘਰ ਡੋਲੇ ਨੂੰ ਲਿਆਈਏ ਨਾ, ਲਾਗੀਆਂ ਦੇ ਲਾਗ ਵੱਲੋਂ ਕਦੇ ਹੱਥ ਕੁੱਟੀਏ ਨਾ, ਸੀਰੀਆਂ ਦੀ ਰੋਟੀ ਕਦੇ ਵੱਖਰੀ ਪਕਾਈਏ ਨਾ, ਮੁਸਾਫਰੀ ਦੇ ਵਿੱਚ ਪੈਸੇ ਕੇ ਜਗ੍ਹਾ ਰੱਖੀਏ ਨਾ, ਵੇਖ ਕੇ ਪੁਲਿਸ ਕਦੇ ਅੱਖ ਨੂੰ ਚਰਾਈਏ ਨਾ, ਪੁਲਿਸ ਦੀਆਂ ਟੌਟਾਂ ਦੀ ਉਮਰ ਬੜੀ ਥੋੜੀ ਹੁੰਦੀ, ਪੁਲਿਸ ਦੀਆਂ ਟੌਟਾਂ ਦੀ ਉਮਰ ਬੜੀ ਥੋੜੀ ਹੁੰਦੀ, ਥਾਣੇ ਜਾ ਕੇ ਮੁਖਬਰੀ ਕਿਸੇ ਤੇ ਕਰਨੀ ਚਾਹੀਏ ਨਾ, ਪਰ ਇਸ ਲੋਟ ਕਦੇ ਮੁੱਖੋਂ ਆਪ ਆਪਣੀ ਨਾ, ਨੌਕਰ ਤੇ ਨਾਰ ਤਾਈ ਮੂੰਹ ਤੇ ਵੱਡੇ ਆਈਏ ਨਾ, ਆਗੇ ਤੇ ਫਰਕ ਪੈਂਦਾ ਕਈਆਂ ਦਾ ਵਿਚੋਲੇ ਤਾਈ, ਮਾੜੀ ਜਗ੍ਹਾ ਸਾਕ ਕਿਸੇ ਕੁੜੀ ਦਾ ਕਰਾਈਏ ਨਾ, ਮੈਂ ਤੇ ਪਰੇ ਪਾਉਣਾ ਮੂਰਖਾਂ ਨਾ ਦੋਵੇਂ ਮਾੜੇ, ਹਰ ਇੱਕ ਬੰਦੇ ਨਾਲ ਮੂੰਹ ਵਗੜਾਈਏ ਨਾ, ਉਹਦੇ ਪਿੱਛੋਂ ਹਾਕਮਾਂ ਗਾੜੀ ਕਦੇ ਲੰਘੀਏ ਨਾ, ਵੈਦਿਆਂ ਨ ਜਾਣ ਤੋਂ ਦਵਾਈ ਕਦੇ ਖਾਈਏ ਨਾ, ਹੁੰਦੀ ਰੱਬ ਵਰਗੀ ਪੰਚਾਇਤ ਕਦੇ ਮੋੜੀਏ ਨਾ, ਥੋੜੀ ਗੱਲ ਪਿੱਛੇ ਨਾਲ ਸੱਜਣਾ ਦਵਾਈਏ ਨਾ, ਜਿਹੜੇ ਨਾ ਪੜਾਉਣ ਮਾਪੇ ਵੈਰੀ ਹੁੰਦੇ ਬੱਚਿਆਂ ਦੇ, ਕਹਿਣਾ ਰਾਜਨੀਤ ਦਾ ਹੈ ਮਨੋ ਗੱਲ ਲਾਈਏ ਨਾ, ਮੂਰਖਾਂ ਦੀ ਜੰਜ ਨਾਲੋਂ ਮਰਦਾਂ ਦੀ ਮਕਾਨ ਚੰਗੀ, ਮੂਰਖਾਂ ਦੀ ਜੰਜ ਨਾਲੋਂ ਮਰਦਾਂ ਦੀ ਮਕਾਨ ਚੰਗੀ, ਪੱਤਾ ਖਾਣਾ ਖਾਣਾ ਮਾਰਾ ਠੰਡੇ ਨਾਲ ਨਹਾਈਏ ਨਾ, ਬਿੱਲੀਆਂ ਨੂੰ ਮੱਖਣੀ ਤੇ ਕੁੱਤਿਆਂ ਨੂੰ ਖੀਰ ਮਾੜੀ, ਬੱਚਿਆਂ ਦੇ ਹੱਥ ਡੱਬੀ ਭੀਮ ਦੀ ਫੜਾਈਏ ਨਾ, ਉੜੀ ਜਾਂਦੀ ਰੇਲ ਤਾਈ ਉਤਰੀਏ ਚੜੀਏ ਨਾ, ਬੇਪਤਾ ਜੇ ਪੈ ਜੇ ਫੇਰ ਕਦੇ ਘਬਰਾਈਏ ਨਾ, ਹਲਕੇ ਨੂੰ ਪਾਣੀ ਮਾੜਾ ਤੇਲ ਮਾੜਾ ਖੰਗ ਤਾਈ, ਮਿਰਗੀ ਵਾਲੇ ਬੰਦੇ ਤਾਈ ਕੋਠੇ ਤੇ ਚੜਾਈਏ ਨਾ, ਮਿਰਗੀ ਵਾਲੇ ਬੰਦੇ ਤਾਈ ਕੋਠੇ ਤੇ ਚੜਾਈਏ ਨਾ, ਤੇਰੇ ਵਾਲੇ ਭਾਈ ਤੇ ਖਰਾਸ ਵਾਲੇ ਬੰਦੇ ਕੋਲੋਂ ਲੈਣਾ ਜੇ ਲਵੇਰਾ ਹੋਵੇ ਦੋਹਾਂ ਤੋਂ
ਤੀਰਥਾਂ ਦੇ ਉੱਤੇ ਜਾ ਕੇ ਮਾੜੀ ਨਿਗਾਹ ਝਾਕੀਏ ਨਾ ਮੰਦਰ ਗੁਰਦੁਆਰਾ ਹੋਵੇ ਬਣਦਾ ਹਟਾਈਏ ਨਾ ਨੱਕ ਵਿੱਚ ਉਂਗਲੀ ਤੇ ਡੱਕਾ ਕੰਨ ਫੇਰੀਏ ਨਾ ਬਿਜਲੀ ਦੀ ਤਾਰ ਤਾਈ ਉਂਗਲੀ ਛਹਾਈਏ ਨਾ ਤੇ ਪਾਣੀ ਨਾਲ ਪੈਰ ਪ੍ਰਾਹੁਣੇ ਦੇ ਧਵਾਉਣੇ ਚੰਗੇ ਬਿਸਤਰਾ ਖਰਾਬ ਹੋ ਜੂ ਪੈਰ ਜੇ ਧਵਾਈਏ ਨਾ ਬੋਲੀਏ ਜੇ ਬਹੁਤਾ ਲੋਕੀ ਕਮਲਾ ਛਦਾਈ ਕਹਿੰਦੇ ਜੇ ਰਹੀਏ ਚੁੱਪ ਫੇਰ ਆਖ ਦੇ ਬਿਮਾਰ ਹੈ ਰੱਜ ਕੇ ਜੇ ਖਾਈਏ ਕਹਿੰਦੇ ਦਿਨਾਂ 'ਚ ਉੱਜੜ ਜਾਊ ਜੇ ਰਹੀਏ ਭੁੱਖੇ ਕਹਿੰਦੇ ਕੰਗਰਾ ਗਵਾਰ ਹੈ ਤੇ ਲੀੜੇ ਪਾਈਏ ਫੇਰ ਆਖ ਦੇ ਲਿਆਉਂਦਾ ਕਿੱਥੋਂ ਰੱਖੀਏ ਜੇ ਮੈਨੇ ਦਿੰਦੇ ਦੂਰੋਂ ਦਰਕਾਰ ਹੈ ਤੇ ਉੱਥੇ ਪੱਤ ਰੱਖੇ ਵਾਹਿਗੁਰੂ ਹੀ ਵੀਰ ਬੱਲਾ ਕਿਸੇ ਪਾਸੇ ਜਿੱਤਿਆ ਨਾ ਜਾਂਦਾ ਸੰਸਾਰ ਹੈ ਬਾਬੂ ਰਾਜਬਲੀ ਪੰਜਾਬ ਦੇ ਉੱਘੇ ਕਵਿਸ਼ਰ ਹੋਏ ਐ ਜੋ ਬਾਬੂ ਜੀ ਦੇ ਨਾਂ ਨਾਲ ਵੀ ਜਾਣੇ ਜਾਂਦੇ ਐ ਤੇ ਉਹਨਾਂ ਨੂੰ ਕਵਿਸ਼ਰੀ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ। ਬਾਬੂ ਜੀ ਆਪਣੀ ਪਹਿਲੀ ਕਵਿਤਾ ਹੀਰ ਬਾਬੂ ਰਾਜਬਲੀ ਨਾਲ ਕਵਿਸ਼ਰੀ ਦੀ ਦੁਨੀਆ 'ਚ ਦਾਖਲ ਹੋਏ ਤੇ 1940 'ਚ ਆਪਣੀ ਗਾਇਕੀ ਲਈ ਉਹਨਾਂ ਨੇ ਆਪਣੀ ਨੌਕਰੀ ਤੱਕ ਛੱਡ ਦਿੱਤੀ ਸੀ। ਸੋ ਹੁਣ ਬਾਬੂ ਰਾਜਬਲੀ ਦੇ ਜੀਵਨ ਤੇ ਵੀ ਇੱਕ ਝਾਤ ਪਾ ਲੈਂਦੇ ਆ। ਕਵਿਸ਼ਰੀ ਦੇ ਇਸ ਬਾਦਸ਼ਾਹ ਦਾ ਜਨਮ ਮੋਗੇ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਸਾਹੋਕੇ 'ਚ ਮਾਤਾ ਜਿਉਣੀ ਦੀ ਕੁੱਖੋਂ ਪਿਤਾ ਧਮਾਲੀ ਖਾਨ ਦੇ ਘਰ 10 ਅਗਸਤ 1894 ਨੂੰ ਹੋਇਆ। ਬਾਬੂ ਰਾਜਬਲੀ ਦਾ ਬਚਪਨ ਬਹੁਤ ਹੀ ਲਾਡਾਂ ਪਿਆਰਾਂ 'ਚ ਬੀਤਿਆ ਕਿਉਂਕਿ 4 ਭੈਣਾਂ ਤੋਂ ਬਾਅਦ ਘਰ 'ਚ ਪੁੱਤ ਪੈਦਾ ਹੋਇਆ ਸੀ। ਇਸੇ ਖੁਸ਼ੀ 'ਚ ਉਹਨਾਂ ਦੇ ਪਿਤਾ ਧਮਾਲੀ ਖਾਨ ਨੇ ਗਵੰਤਰੀਆਂ ਤੇ ਕਵਿਸ਼ਰਾਂ ਦੇ ਅਖਾੜੇ ਲਗਵਾਏ ਤੇ ਨਾਮਵਰ ਭਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ। ਮਗਰੋਂ ਧਮਾਲੀ ਖਾਨ ਨੇ ਪੁੱਤ ਦੇ ਜਨਮ ਦਿਨ ਤੇ ਹਰ ਸਾਲ ਮੇਲਾ ਲਾਉਣਾ ਸ਼ੁਰੂ ਕਰ ਦਿੱਤਾ। ਪਿਤਾ ਦੇ ਸ਼ੌਂਕ ਨੇ ਹੀ ਬਾਬੂ ਰਾਜਬਲੀ ਦੇ ਖੂਨ 'ਚ ਕਲਾ ਦਾ ਰੂਪ ਧਾਰ ਲਿਆ। ਧਮਾਲੀ ਖਾਨ ਨੇ ਪੁੱਤ ਨੂੰ ਪੜ੍ਹਾਉਣ ਲਈ ਮਦਰਸੇ 'ਚ ਪੜ੍ਹਨੇ ਪਾ ਦਿੱਤਾ। ਉਦੋਂ ਆਵਾਜਾਈ ਦੇ ਵਸੀਲੇ ਨਹੀਂ ਸੀ ਹੁੰਦੇ, ਸੋ ਧਮਾਲੀ ਖਾਨ ਆਪਣੇ ਪੁੱਤ ਬਾਬੂ ਰਾਜਬਲੀ ਨੂੰ ਮੋਢਿਆਂ ਤੇ ਬਿਠਾ ਕੇ ਹੀ ਮਦਰਸੇ ਛੱਡਦੇ ਤੇ ਘਰ ਲੈ ਕੇ ਆਉਂਦੇ। ਬਾਬੂ ਰਾਜਬਲੀ ਦੇ ਜਨਮ ਦਾ ਨਾਂ ਰਾਜਬ ਅਲੀ ਖਾਨ ਸੀ, ਪਰ ਇੱਕ ਦਿਨ ਜ਼ਿੰਦਗੀ 'ਚ ਅਜਿਹੀ ਘਟਨਾ ਵਾਪਰੀ ਜਿਸ ਤੋਂ ਧਮਾਲੀ ਖਾਨ ਨੇ ਠਾਣ ਲਿਆ ਕਿ ਪੁੱਤ ਨੂੰ ਬਾਬੂ ਬਣਾ ਕੇ ਹੀ ਛੱਡੂਗਾ। ਇੱਕ ਵਾਰ ਧਮਾਲੀ ਖਾਨ ਆਪਣੇ ਪੁੱਤਰ ਰਾਜਬਲੀ ਨੂੰ ਮਦਰਸੇ ਛੱਡਣ ਜਾ ਰਹੇ ਸੀ ਤਾਂ ਉਹਨਾਂ ਦੇ ਇੱਕ ਮਿੱਤਰ ਇੰਦਰ ਸਿਉ ਨੇ ਮਜ਼ਾਕ ਕਰਦਿਆਂ ਕਹਿ ਦਿੱਤਾ ਕਿ ਬਸ ਓਏ ਧਮਾਲੀ ਖਾਨ, ਇਹਨੇ ਕਿਤੇ ਪੜ ਕੇ ਬਾਬੂ ਬਣਨਾ। ਤੇ ਅੱਗੋਂ ਧਮਾਲੀ ਖਾਨ ਨੇ ਵੀ ਇੰਦਰ ਸਿਉ ਨੂੰ ਮੋੜਵਾਂ ਜਵਾਬ ਦਿੱਤਾ ਵੀ ਜੇ ਮੈਂ ਜਿਉਂਦਾ ਰਿਹਾ ਤਾਂ ਮੁੰਡੇ ਨੂੰ ਇੱਕ ਦਿਨ ਜ਼ਰੂਰ ਬਾਬੂ ਬਣਾ ਕੇ ਛੱਡੂ। ਬਾਬੂ ਉਸ ਸਮੇਂ ਨਹਿਰੀ ਵਿਭਾਗ ਦੇ ਓਵਰਸੀਅਰ ਨੂੰ ਕਿਹਾ ਜਾਂਦਾ ਸੀ। ਬਾਬੂ ਰਾਜਬਲੀ ਨੇ ਆਪਣੀ ਸਕੂਲੀ ਵਿੱਦਿਆ ਪਿੰਡ ਬੰਬੀਹਾ, ਮੋਗਾ ਤੇ ਫਰੀਦਕੋਟ ਤੋਂ ਪੂਰੀ ਕਰਨ ਤੋਂ ਬਾਅਦ ਗੁਜਰਾਤ 'ਚ ਰਸੂਲ ਵਿਖੇ ਇੰਜੀਨੀਅਰ ਕਾਲਜ 'ਚ ਓਵਰਸੀਅਰ ਦਾ ਕੋਰਸ ਕੀਤਾ। ਬਾਬੂ ਰਾਜਬਲੀ ਦੀ ਇੱਕ ਕਵਿਤਾ 'ਚ ਵੀ ਉਹਨਾਂ ਦੀ ਪੜ੍ਹਾਈ ਦਾ ਜ਼ਿਕਰ ਮਿਲਦਾ ਹੈ। ਮੋਗੇ 8 ਜਮਾਤਾਂ ਮੈਟ੍ਰਿਕ ਕੋਟ ਫਰੀਦੋਂ ਕੀਤੀ ਦੇਸ਼ ਕੁੱਲ ਜਾਣੇ, ਬਾਬੂ ਬਣਿਆ ਰਸੂਲੋਂ ਜੀ ਮੇਰੀ ਉਮਰ ਐਸ਼ ਨਾਲ ਬੀਤੀ ਬੜੇ ਸੁੱਖ ਮਾਣੇ। 5 ਪੜਿਆ ਬੰਬੀਹੇ ਜੀ ਸਾਹੋ ਤੋਂ 1.5 ਮੀਲ ਪਿਆਰਾ ਸਕੂਲ ਬੰਬੀਹੋ, ਫੌਜੀ ਦੇਸ਼ ਪੰਜਾਬ ਦਿਓ ਤੁਮੇ 100 ਪ੍ਰਣਾਮ ਹਮਾਰਾ ਮਾਂ ਦਿਓ ਸ਼ੀਹੋ। ਉਸ ਤੋਂ ਬਾਅਦ ਬਾਬੂ ਰਾਜਬਲੀ ਦੀ ਨੌਕਰੀ ਪਿਸ਼ਾਵਰ 'ਚ ਲੱਗੀ ਜਿੱਥੇ ਕਿ ਪਠਾਣਾਂ ਦੀ ਵਸੋਂ ਸੀ। ਪਿਸ਼ਾਵਰ ਬਹੁਤ ਹੀ ਸੋਹਣਾ ਤੇ ਖੁਸ਼ਹਾਲ ਇਲਾਕਾ ਸੀ ਤੇ ਉੱਪਰੋਂ ਬਾਬੂ ਰਾਜਬਲੀ ਦੀ ਖੁੱਲੀ ਤਨਖਾਹ, ਚੜੀ ਜਵਾਨੀ ਤੇ ਸਾਹਿਤ ਦਾ ਇਸ਼ਕ ਤੇ ਵਾਧੂ ਸਮਾਂ ਹੋਣ ਕਰਕੇ ਪਹਿਲੀ ਰਚਨਾ ਹੀਰ ਰਾਜਬਲੀ ਛੰਦਾਬੰਦੀ 'ਚ ਲਿਖੀ। ਬਾਬੂ ਇਸ਼ਕ ਮਜਾਜੀ ਨੇ ਲਾਈ ਜੋ ਅੱਗ ਦੀ ਅੰਗੀਠੀ ਬਲਦੀ, ਜਾਵਾਂ ਤਖਤ ਹਜ਼ਾਰੇ ਨੂੰ ਆਖਦੇ ਵੱਟ ਗਈ ਜ਼ਬਾਨੋਂ ਜਲਦੀ। ਰਾਂਝਾ ਰੋਂਦਾ ਹਾਰੇ ਨਾ ਪੂਰੋ ਪੂਰ ਲੱਗੀਆਂ ਇੰਜਾਂ ਦੀਆਂ ਪਾਲਾਂ, ਹੀਰੇ ਕੱਚੀਏ ਜਹਾਨ ਦੀਏ ਡੋਲੀ ਵਿੱਚ ਚੜ ਗਈ ਮਾਰ ਕੇ ਛਾਲਾਂ। ਬਾਬੂ ਰਾਜਬਲੀ ਨੇ ਆਪਣੀ ਡਿਊਟੀ ਤੋਂ ਇਲਾਵਾ ਬਹੁਤ ਸਾਰਾ ਸਮਾਂ ਸੰਸਾਰ ਦਾ ਇਤਿਹਾਸ, ਮਿਥਿਹਾਸ, ਵਾਰਤਕ ਤੇ ਕਵਿਤਾ ਦੇ ਰੂਪ 'ਚ ਬੜੀ ਬਰੀਕੀ ਨਾਲ ਵਾਚਿਆ। ਉਹਨਾਂ ਨੇ ਪੰਜਾਬ ਦੀ ਕਵਿਸ਼ਰੀ ਤੇ ਕਿੱਸਾ ਕਾਵ ਨੂੰ ਸਾਹਿਤਕਾਰੀ ਦਾ ਕੇਂਦਰ ਬਿੰਦੂ ਬਣਾ ਲਿਆ ਜੋ ਕਿ ਉਹਨਾਂ ਦੀਆਂ ਵੱਖੋ ਵੱਖਰੀਆਂ ਰਚਨਾਵਾਂ 'ਚ ਦੇਖਣ ਨੂੰ ਮਿਲਦਾ ਹੈ। 100 ਪਰ ਨਾਮ ਰਚਾ ਰੰਗਲਾ ਜਹਾਨ ਜੀ ਨੇ 5 ਵੇਲੇ ਸੀਸ ਮੈਨੇ ਵਾਕਰਾ ਸੱਚੇ ਨੂੰ ਯਾਦ। ਵੀਰ ਜੀ ਦੀ ਬਿੰਦ ਜੀ ਦੀ ਕੁੱਖ ਚੋਂ ਜਨਮ ਲੈ ਲਿਆ ਸੁਰਗ ਮਿਲਣ ਮਾਂ ਪਿਤਾ ਦਾ ਕਰ ਧੰਨਵਾਦ। ਤੀਸਰਾ ਨੰਬਰ ਜਿਹੜਾ ਵਿਦਿਆ ਪੜਾਉਣ ਵਾਲਾ ਕਾਗਤੂਹਣ ਸਜੂ ਬਣਾਉਣ ਵਾਲਾ ਉਸਤਾਦ। ਬਾਬੂ ਜੀ ਖਲਾਰ ਦੇ ਫਲਾਵਰ ਦੀਵਾਨ ਵਿੱਚ ਚੋਗ ਲੈਣ ਕਵੀ ਪ੍ਰਚਾਰਕ ਸਨਤ ਸਾਧ।
ਸ਼ੇਰ ਬੂਤੇ ਮੱਝਾਂ ਚੰਗੀਆਂ ਬਹੌਲਪੁਰ ਸਿੰਧ ਦੀ ਮਦੀਨਾ ਲੈਣੇ ਬਾਲਦ ਹਸਾਰ ਚੋਂ ਨਾ ਸਕਾ ਦੇ ਪਾਨ ਬਾਸ ਥਿਉਣੇ ਨਾ ਬਰੇਲੀ ਜੈਸੇ ਮਾਥਰਾ ਦੇ ਪੇੜੇ ਰਿਉੜੀ ਰੋਹਤਕ ਬਾਜ਼ਾਰ ਚੋਂ ਕੋਈ ਟਿਖਰ ਮਾਨੀ ਹੈ ਨਾ ਸ਼ਾਰਦਾ ਪਸ਼ੌਰ ਜੈਸਾ ਹਿੰਗ ਚੰਗੀ ਲੱਭੇ ਜਾ ਕੇ ਕਾਬਲ ਕੰਦਾਰ ਚੋਂ ਸੋਮਨਾਥ ਮੋਤੀ ਹੀਰੇ ਹੈਦਰਾਬਾਦ ਚੰਗੇ ਬਾਬੂ ਮੀਲ ਮੀਲ ਤੋਂ ਦਮਕ ਮਾਰੇ ਹਾਰ ਚੋਂ ਕੌਲੀਆਂ ਭਦੌੜ ਤੇ ਕੜਾ ਨਾ ਪਾਈ ਰੂਪੇ ਜੈਸਾ ਕਾਂਗੇ ਦਾ ਪਲੰਗ ਹੈ ਮਸ਼ਹੂਰ ਜੁੱਤੀ ਡੱਲੇ ਦੀ ਕਾੜਮੀ ਤਮਾਕੂ ਮਿੱਠੀ ਗਾਜਰ ਚਾਹਨ ਕਿਆਂ ਦੀ ਆਜੇ ਕਰ ਨਾਲ ਖਾਲਾ ਜਤ ਦਹੀਂ ਭੱਲੇ ਦੀ ਟੇਸ਼ਨ ਬਠਿੰਡਾ ਤੇ ਸਰਾਣਾ ਨੂਰ ਮਹਿਲ ਜੈਸੀ ਤਾਲ ਤਾਲਾ ਵੰਡੀ ਦਾ ਸਹਾਵੇ ਟਾਬ ਮੱਲੇ ਦੀ ਮੇਰਠ ਦਾ ਗੋੜ ਬਾਬੂ ਅੰਬਰਾਂ ਅੰਬਾਲੇ ਜੈਸਾ ਲਹਿਰੀਆ ਪਟਿਆਲੇ ਦਾ ਜਨਾਨੀ ਜੋਗੇ ਰੱਲੇ ਦੀ ਗੱਡੇ ਹਾਂਡੇ ਆਏ ਸੀਰ ਵਾਲਿਆਂ ਦੀ ਗੰਡਾਸੀ ਚੰਗੀ ਸਾਰੰਗੀ ਸੰਘੇੜਿਆਂ ਦੀ ਬਣਨ ਕੁੰਡੇ ਰਾਮ ਤੇ ਗੰਡੇ ਅੰਦਗਾੜ ਦੇ ਨਕੋਦਰ ਚਲਮ ਚੰਗੀ ਬਸ ਹੋਗੀ ਨਾਸ ਦੀ ਕਿੱਦੜ ਬਾਹੇ ਗਾਮ ਤੇ ਆਦਨੀਏ ਕਹੀ ਮੂਲਿਆਂ ਵਾਲਿਆਂ ਦੀ ਦਰਾਤੀ ਚੰਗੀ ਵਿੱਚ ਉੱਚੀ ਰੱਖਦੇ ਬਣਾ ਕੇ ਖਾਨਾ ਲਾਮ ਤੇ ਰੱਜ ਵਾਲੀ ਜਿਹੜੇ ਗੋਲੇ ਵਾਲੇ ਦੇ ਫਰਾਏ ਬੋਤਿਹਾਰ ਮੇਲੇ ਜਾ ਕੇ ਲੱਗ ਜਾਮ ਦੇ ਅਨਾਮ ਤੇ ਲੋਟ ਕਾਵੇਂ ਹਾਰੇ ਨਿਉਲ ਰਾਮੇ ਚ ਬਣਨ ਚੰਗੇ ਲਾਪਰਾਂ ਦੀ ਮੱਕੀ ਤੇ ਖੜਾਉਣੇ ਚੰਗੇ ਰੋਪੜ ਦੇ ਪਊਏ ਭੈਣੀ ਸਾਹਿਬ ਜੋੜੀ ਬਣੇ ਨਾ ਕੜੂਏ ਜੈਸੀ ਮੱਟ ਜੰਗੀ ਰਾਣੀ ਦੇ ਬਣਾ ਕੇ ਉਤੋਂ ਚੋਪੜ ਦੇ ਕੋਟਲੇ ਦੀ ਮੇਥੀ ਨਾ ਮਤੀਰਾ ਰਾਸੂ ਵਾਲੇ ਜੈਸਾ ਮਿੱਠਾ ਲੱਗੇ ਜਾਣੀ ਚੱਬ ਜਾਂ ਸਣੇ ਖਰੋਪੜ ਦੇ ਰੱਜ ਬਲੀ ਸੇਲਾ ਪਾਈ ਕੋਟ ਦਾ ਮਸ਼ਹੂਰ ਬਾਲ ਸਾਰ ਪਾਰ ਲੰਘ ਜੇ ਵਿਚਾਰੇ ਠੋਕਿਆ ਖੋਪੜ ਦੇ ਭੰਗਰੀ ਕੀ ਕੇਸ ਚਾਨਾ ਮਿਲੇ ਦੇਹਰਾਦੂਨ ਜੈਸੀ ਪੂਰੀ ਖੇਮ ਕਰਨ ਚ ਕਸੂਰ ਚੂੜਾ ਦੰਦ ਦਾ ਸੰਗਤ ਪਿਪਲ ਲੰਬੀ ਜੈਸੇ ਦਰਵਾਜੇ ਹੈ ਨਾ ਰੱਖਿਆ ਅਲੈਦਾ ਜਾਂ ਤਰੀਕਾ ਉੱਚੀ ਕੰਧ ਦਾ ਸਫਾ ਜੰਗ ਭਾਈ ਬਖਤੌਰ ਚ ਬਣਨ ਚੰਗੇ ਸ਼ਾਜਲੀ ਤੇ ਛੱਜ ਚੰਗਾ ਹੁੰਦਾ ਜੋਗਾਨੰਦ ਦਾ ਤਿਉ ਜਣਿਆਂ ਦੇ ਛੰਦ ਹਾਸ ਰਾਸ ਦਾ ਨਮੂਨਾ ਇੱਕੋ ਬਾਬੂ ਜੀ ਤੇ ਮਾਗੀ ਸਿਓ ਮਹਾਰਾਜ ਵਾਲੇ ਚੰਦ ਦਾ ਦੱਖਣ ਦਾ ਹੀਰਾ ਚੰਗਾ ਕਾਬਲੀ ਮਮੀਰਾ ਚੰਗਾ ਥਲੀ ਦਾ ਮਤੀਰਾ ਤੇ ਕਮਾਦ ਚੰਗੇ ਪਾਦ ਦੇ ਬਾਲ ਦਾ ਨਗੌਰੀ ਤੇ ਅੰਬਰ ਸਾਰ ਜੌਰੀ ਚੰਗੀ ਲੁੰਗੀਆਂ ਪਸ਼ੌਰੀ ਚੌਲ ਚੰਗੇ ਫਤਿਆਬਾਦ ਦੇ ਬਾਬੂ ਜੀ ਨੇ ਆਪਣੇ ਸਕੂਲ ਦੇ ਹੈੱਡਮਾਸਟਰ ਪੰਡਿਤ ਰਾਮ ਨਿਵਾਸ ਜੀ ਤੋਂ ਕਾਵ ਬੋਧ ਪ੍ਰਾਪਤ ਕੀਤਾ। ਪੰਜਾਬੀ, ਫਾਰਸੀ, ਉਰਦੂ ਤੇ ਅੰਗਰੇਜ਼ੀ ਦੇ ਪਿੰਗਲ ਪੜ੍ਹੇ, ਪਰ ਰਵਾਇਤੀ ਤੌਰ ਤੇ ਕਵਿਸ਼ਰੀ ਕਲਾ ਦੇ ਉਸਤਾਦ ਮਾਲਵੇ ਦੇ ਪ੍ਰਸਿੱਧ ਕਵਿਸ਼ਰ ਮਾਨ ਸਿੰਘ ਨੂੰ 1921 ਚ ਵਿਧੀ ਪੂਰਵਕ ਪੱਗ ਦੇ ਕੇ ਉਸਤਾਦ ਧਾਰਿਆ ਤੇ ਮਾਨ ਸਿੰਘ ਜੀ ਦੀ ਸ਼ਾਗਿਰਦੀ ਚ ਰਹਿ ਕੇ ਬਾਬੂ ਰਾਜਵਲੀ ਮਾਲਵੇ ਦੇ ਸਿਰਮੌਰ ਕਵਿਸ਼ਰ ਬਣੇ। ਬਾਬੂ ਜੀ ਨੇ ਇਸਲਾਮ ਧਰਮ ਦੀ ਪਰੰਪਰਾ ਅਨੁਸਾਰ 4 ਵਿਆਹ ਕਰਵਾਏ ਤੇ ਉਹਨਾਂ ਦੇ ਘਰ 4 ਪੁੱਤਰ ਤੇ 2 ਧੀਆਂ ਨੇ ਜਨਮ ਲਿਆ। ਉਹ ਇੱਕ ਇਮਾਨਦਾਰ ਓਵਰਸੀਅਰ ਤੇ ਪਬਲਿਕ ਦਾ ਸੱਚਾ ਸੁੱਚਾ ਸੇਵਾਦਾਰ ਸੀ। ਉਸ ਵਰਗਾ ਜਿੰਦਾ ਦਿਲ, ਲੋਭ ਰਹਿਤ, ਵਿਵੇਕਸ਼ੀਲ ਤੇ ਸ਼ਾਇਰ ਅਫਸਰ ਨਹਿਰੀ ਮਹਿਕਮੇ ਦੀ ਲਿਸਟ 'ਚ ਸ਼ਾਇਦ ਹੀ ਕੋਈ ਆਇਆ ਹੋਵੇ। ਉਹਨਾਂ ਦੀ ਸ਼ਾਇਰੀ ਦੀ ਮਹਿਕ ਲੋਕਾਂ ਦੇ ਦਿਲੋਂ ਦਿਮਾਗ 'ਚ ਵਸ ਚੁੱਕੀ ਸੀ, ਜਿਸ ਦਾ ਜ਼ਿਕਰ ਉਹਨਾਂ ਦੀਆਂ ਸੈਂਕੜੇ ਕਵਿਤਾਵਾਂ 'ਚ ਵੀ ਮਿਲਦਾ ਹੈ। ਦਿਲ ਸਾਫ਼ ਲੋੜ ਕੈਮਰਾ ਕੀ ਲੈਣ ਦੀ, ਸਹੀ ਤਸਵੀਰ ਖਿੱਚਦਿਆਂ ਰਮੈਣ ਦੀ, ਕਰਦੇ ਦਲੀਲ ਪੂਰੀ ਬਾਬੂ ਨਹਿਰੀ ਦੀ, ਮਿੱਠੀ ਨਹਿਰ ਚੱਲ ਪੇ ਦਿਮਾਗੋਂ ਸ਼ਾਇਰੀ ਦੀ। ਰਾਜਵਲੀ ਅੰਗਰੇਜ਼ ਸਰਕਾਰ ਦਾ ਇਮਾਨਦਾਰ ਅਫਸਰ ਹੁੰਦਿਆਂ ਹੋਇਆਂ ਵੀ ਵਤਨ ਦਾ ਵਫਾਦਾਰ ਸੀ। ਉਹਨਾਂ ਨੂੰ ਗੁਲਾਮੀ ਤੋਂ ਬਹੁਤ ਨਫ਼ਰਤ ਸੀ। ਸਨ 1920 ਤੋਂ 1940 ਤੱਕ ਅੰਗਰੇਜ਼ ਸਰਕਾਰ ਦੇ ਪੈਰ ਥੜਕਣ ਲੱਗੇ ਸੀ ਤੇ ਰਾਜਵਲੀ ਨੇ ਕੌਮੀ ਪਰਵਾਨਿਆਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵਿਰੁੱਧ ਕਈ ਬਗਾਵਤੀ ਕਵਿਤਾਵਾਂ ਲਿਖੀਆਂ, ਜੋ ਕਿ ਸ਼ਹੀਦ ਆਜ਼ਮ ਭਗਤ ਸਿੰਘ ਦੇ ਪ੍ਰਸੰਗ 'ਚ ਦਰਜ ਹੈ। ਇੱਕ ਸਦੀ ਰਾਜ ਕਰਦਿਆਂ ਨੂੰ ਲੰਘੀ ਸੀ, ਹੋ ਖਤਮ ਤੇਜ ਗਏ, ਹੱਥਾਂ ਦੀਆਂ ਵਾਉਣ ਲੱਗ ਗਏ ਫਰੰਗੀ ਸੀ, ਹੋ ਅੰਗਰੇਜ਼ ਤੇਜ ਗਏ, ਹੋ ਗਿਆ ਜਵਾਨ ਸੂਰਮਾ ਦਲੇਰ ਦਾਦੀ ਦਾ, ਉੱਗਾ ਕਰੂਗਾ ਦੇਸ਼ ਨੂੰ, ਸੀ ਭਗਤ ਸਿੰਘ ਆਸ਼ਿਕ ਆਜ਼ਾਦੀ ਦਾ, ਕਰਿਆ ਆਜ਼ਾਦ ਦੇਸ਼ ਨੂੰ। ਇੱਕ ਵਾਰ ਕਹਿੰਦੇ ਕਿਸੇ ਨੇ ਮਹਿਕਮੇ ਦੇ ਹੈੱਡ ਆਫਿਸ 'ਚ ਜਾ ਕੇ ਬਾਬੂ ਰਾਜਵਲੀ ਦੇ ਵਿਰੁੱਧ ਚੁਗਲੀ ਕਰ ਦਿੱਤੀ ਕਿ ਉਹ ਅੰਗਰੇਜ਼ ਸਰਕਾਰ ਵਿਰੁੱਧ ਬਗਾਵਤੀ ਕਵਿਤਾਵਾਂ ਲਿਖ ਵੰਡ ਰਿਹਾ ਹੈ, ਜਿਸ ਕਾਰਨ ਉਹਨਾਂ ਦੀ ਪ੍ਰਮੋਸ਼ਨ ਫਾਈਲ ਸੀਲ ਕਰ ਦਿੱਤੀ ਗਈ ਤੇ ਇਸ ਦੁਖਦਾਈ ਘਟਨਾ ਤੋਂ ਪਰੇਸ਼ਾਨ ਹੋ ਕੇ ਉਹਨਾਂ ਨੇ ਪਹਿਲਾਂ ਹੀ ਪੈਨਸ਼ਨ ਲੈ ਲਈ। ਜਿੱਥੇ ਬਾਬੂ ਰਾਜਵਲੀ ਆਜ਼ਾਦੀ ਲਈ ਇੰਨਾ ਉਤਾਵਲਾ ਸੀ, ਓਨੀ ਹੀ ਡੂੰਘੀ ਸੱਟ ਉਹਨਾਂ ਦੇ ਦਿਲ ਤੇ ਉਦੋਂ ਲੱਗੀ ਜਦੋਂ ਪਤਾ ਲੱਗਿਆ ਕਿ ਧਰਮ ਦੇ ਆਧਾਰ ਤੇ ਵੰਡੀਆਂ ਪੈ ਗਈਆਂ ਤੇ ਉਹਨਾਂ ਨੂੰ ਮੁਸਲਮਾਨ ਹੋਣ ਦੇ ਨਾਤੇ ਆਪਣਾ ਘਰ-ਬਾਰ ਛੱਡਣਾ ਪਿਆ ਤੇ ਉੱਚੀ-ਉੱਚੀ ਭੁੱਬਾਂ ਮਾਰਦਿਆਂ ਉਹਨਾਂ ਨੇ ਸਰਹੱਦ ਪਾਰ ਕੀਤੀ।
ਇਹ ਉਹ ਸਮਾਂ ਸੀ ਜਦੋਂ ਲੱਖਾਂ ਲੋਕਾਂ ਦਾ ਕਤਲੇਆਮ ਹੋਇਆ, ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਗਈ, ਮਾਵਾਂ ਸਾਹਮਣੇ ਪੁੱਤਾਂ ਦਾ ਕਤਲ ਹੋਇਆ। ਆਜ਼ਾਦੀ ਬਰਬਾਦੀ 'ਚ ਬਦਲ ਗਈ ਤੇ ਇਸ ਗੱਲ ਨੇ ਬਾਬੂ ਰਾਜਬਲੀ ਦੇ ਦਿਲ ਤੇ ਬੜੀ ਡੂੰਘੀ ਸੱਟ ਮਾਰੀ। ਭਾਈ ਭਾਈਆਂ ਦੀ ਜਾਨ ਦੇ ਬਣੇ ਵੈਰੀ, ਕਾਲੇ ਮੂੰਹ ਹੋ ਗਏ, ਚਿੱਟੇ ਖੂਨ ਹੋ ਗਏ, ਰਿਸ਼ਤੇ ਨਾਤੇ ਤਾਂ ਸ਼ਰਮ ਹਯਾ ਭੁੱਲੇ, ਖਾਰੇ ਸ਼ਹਿਦ ਹੋ ਗਏ ਤੇ ਕੌੜੇ ਲੂਣ ਹੋਏ। ਬਾਬੂ ਰਾਜਬਲੀ ਬਹੁਤੀ ਫਿਰਾਕ ਦਿਲ ਦੇ ਮਾਲਕ ਸੀ ਤੇ ਇਸਲਾਮ ਧਰਮ ਨਾਲ ਸੰਬੰਧਿਤ ਹੁੰਦਿਆਂ ਹੋਇਆਂ ਵੀ ਉਹਨਾਂ ਦੇ ਦਿਲ 'ਚ ਸਿੱਖ ਗੁਰੂਆਂ ਬਾਰੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਬਹੁਤ ਸਤਿਕਾਰ ਸੀ। ਬੇਸ਼ੱਕ ਬਾਬੂ ਰਾਜਬਲੀ ਉਰਦੂ ਤੇ ਫਾਰਸੀ ਤੋਂ ਇਲਾਵਾ ਹੋਰ ਵੀ 7 ਭਾਸ਼ਾਵਾਂ ਜਾਣਦੇ ਸਨ, ਪਰ ਜਿੰਨਾ ਪਿਆਰ ਉਹਨਾਂ ਨੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਦਿੱਤਾ, ਉਹਨਾਂ ਹੋਰ ਕਿਸੇ ਭਾਸ਼ਾ ਨੂੰ ਨਹੀਂ। ਇਸੇ ਲਈ ਉਹ ਲਿਖਦੇ ਐ, ਆਪਣੀ ਜ਼ੁਬਾਨ ਛੱਡ ਗੈਰਾਂ ਦੇ ਮਗਰ ਲੱਗਾ, ਏਦੋਂ ਵੱਧ ਬੇਵਕੂਫਾ ਕਿਹੜੀ ਗੱਲ ਪਾਪ ਦੀ। ਬਾਬੂ ਜੀ ਪੰਜਾਬੀ ਫਿਰੇ ਸਿੱਖ ਦਾ ਜ਼ੁਬਾਨਾ ਹੋਰ, ਵੀਰ ਜੀ ਪੰਜਾਬੀ ਬੋਲੀ ਤੇਰੇ ਮਾਂ ਤੇ ਬਾਪ ਦੀ। ਬਾਬੂ ਰਾਜਬਲੀ ਨੇ ਸਾਰੀ ਜ਼ਿੰਦਗੀ ਸਮੁੱਚੇ ਪੰਜਾਬੀ ਸੱਭਿਆਚਾਰ ਦੀ ਅਣਥੱਕ ਸੇਵਾ ਕੀਤੀ। ਸੱਭਿਆਚਾਰ ਦੇ ਹਰ ਪੱਖ ਨੂੰ ਉਹਨਾਂ ਨੇ ਆਪਣੀਆਂ ਕਵਿਤਾਵਾਂ ਦਾ ਸ਼ਿੰਗਾਰ ਬਣਾਇਆ। ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਬਾਬੂ ਰਾਜਬਲੀ ਦਾ ਦਿਮਾਗ ਕਵਿਤਾ ਲਿਖਣ 'ਚ ਇੰਨਾ ਤੇਜ਼ ਤਰਾਰ ਸੀ ਕਿ ਉਹ ਸਿੱਕਾ ਉਛਾਲਣ ਦੇ ਸਮੇਂ ਤੋਂ ਹੇਠਾਂ ਆਉਣ ਤੱਕ ਕਵਿਤਾ ਦਾ ਬੰਦ ਰਚ ਦਿੰਦੇ ਸੀ। ਸ਼ਾਇਦ ਇਸੇ ਕਰਕੇ ਵੀ ਉਹਨਾਂ ਨੂੰ ਕਵਿਸ਼ਰੀ ਕਲਾ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਜੇ ਬਾਬੂ ਰਾਜਬਲੀ ਦੀ ਪੰਜਾਬੀ ਸਾਹਿਤ ਨੂੰ ਦੇਣ ਦੀ ਗੱਲ ਕਰੀਏ ਤਾਂ ਉਹਨਾਂ ਨੇ ਛੋਟੀਆਂ ਵੱਡੀਆਂ 81 ਰਚਨਾਵਾਂ ਸਿਰਜੀਆਂ। ਉਹਨਾਂ ਨੇ ਆਪਣੇ ਜੀਵਨ ਦੇ 63 ਵਰ੍ਹੇ ਪੰਜਾਬੀ ਸਾਹਿਤ ਦੇ ਲੇਖੇ ਲਾਏ। ਇਹਨਾਂ ਰਚਨਾਵਾਂ 'ਚ 56 ਰਚਨਾਵਾਂ ਘੱਟੋ ਘੱਟ ਇੱਕ ਅਖਾੜੇ ਜੋਗੀਆਂ ਤੇ 25 ਲਘੂ ਆਕਾਰ ਦੀਆਂ ਰਚਨਾਵਾਂ। ਉਹਨਾਂ ਨੇ ਆਪਣੀ ਪਹਿਲੀ ਰਚਨਾ 1916 'ਚ ਲਿਖੀ ਤੇ ਅੰਤਲੀ ਕਵਿਤਾ ਰਾਜਬ ਅਲੀ ਤੂੰ ਰੋਜ਼ ਉਡੀਕ ਰੱਖੀ, ਤੈਨੂੰ ਆਵਨੀ ਮੌਤ ਦੀ ਤਾਰ ਬੀਬਾ, ਆਪਣੀ ਮੌਤ ਤੋਂ ਸਿਰਫ 5 ਦਿਨ ਪਹਿਲਾਂ ਲਿਖੀ। ਛੰਦਾਬੰਦੀ ਦੇ ਵੰਨ ਸੁਵੰਨੇ ਪ੍ਰਬੰਧ ਦੀ ਸਿਖਰਲੀ ਲਿਆਕਤ ਦਾ ਸਵਾਮੀ ਹੋਣ ਕਰਕੇ ਵੰਨ ਸੁਵੰਨਤਾ ਤੇ ਅਨੁਭਵ ਦਾ ਪ੍ਰਗਟਾਵਾ ਉਸ ਦੀ ਸ਼ਾਇਰੀ ਨੂੰ 4 ਚੰਨ ਲਾਉਂਦੇ ਐ। ਇਹੀ ਕਾਰਨ ਹੈ ਕਿ ਅੱਜ ਵੀ ਬਾਬੂ ਰਾਜਬਲੀ ਦਾ ਕਲਾਮ ਗਾਉਣ ਵਾਲੇ ਕਵਿਸ਼ਰਾਂ ਦੀ ਗਿਣਤੀ 200 ਤੋਂ ਵੱਧ ਹੋਵੇਗੀ। ਸਿਰਜਣਾ ਦੀ ਇੱਕ ਸਦੀ ਮੁਕੰਮਲ ਹੋਣ ਤੋਂ ਬਾਅਦ ਵੀ ਜੇ ਅੱਜ ਬਾਬੂ ਰਾਜਬਲੀ ਦੀ ਲਿਖਤ ਦੇ ਹਜ਼ਾਰਾਂ ਪਾਠਕ ਉਹਨਾਂ ਨੂੰ ਹਿੱਕ ਨਾਲ ਲਾਈ ਬੈਠੇ ਐ ਤਾਂ ਇਹ ਸ਼ਬਦ ਸ਼ਕਤੀ ਦਾ ਪ੍ਰਮਾਣ ਹੀ ਕਿਹਾ ਜਾ ਸਕਦਾ ਹੈ। ਬਾਬੂ ਰਾਜਬਲੀ ਦੇ ਗੀਤਾਂ ਨੂੰ ਮੁਹੰਮਦ ਸਦੀਕ ਵਰਗੇ ਪਰਪੱਕ ਗਵਈਆਂ ਨੇ ਵੀ ਗਾਇਆ ਹੈ ਤੇ ਸਤਿੰਦਰ ਸਰਤਾਜ ਵਰਗੇ ਨਵੇਂ ਸੁਰੀਲੇ ਗਾਇਕਾਂ ਨੇ ਵੀ। ਉਹ ਮੁੰਡੇ ਭਰੇ ਮਜ਼ਾਜਾਂ ਦੇ ਰਹਿਣ ਨਿਤ ਵੇਲੇ ਵੇਖਦੇ ਮੇਲੇ, ਸੱਤਾਂ ਵਿੱਚ ਬੈਠ ਮਾਰਦੇ ਜੱਕੜਾਂ, ਖਾਲੀ ਇੰਚ ਛੋੜਦੇ ਨਾ ਮੁਲਕ ਜੋ ਸਰਦੇ, ਬੜਾ ਕੰਮ ਕਰਦੇ ਲੋਹੇ ਨੂੰ ਕੁੱਟਦੇ ਪਾੜਦੇ ਲੱਕੜਾਂ। ਨਹੀਂ ਵਕਤ ਸ਼ੁਕੀਨੀ ਦਾ ਰਹੋਗਾ ਸਾਦੇ, ਜਿੱਦਾਂ ਪਿਓ ਦਾਦੇ ਬਦਲਦੇ ਹੋ ਚਾਲ, ਕਾਲ ਤੇ ਕਾਲ ਕਰੀ ਤੁਸ ਦੇ ਕੇ ਗਰੀਬੀ ਵੜ ਗਈ। ਮਾਂ ਦੇ ਮੱਖਣੀ ਖਾਣਿਓ ਵੇ ਸੂਰਮਿਓ ਪੁੱਤਰੋ ਚੁਬਾਰਿਓ ਉਤਰੋ, ਫੜਕ ਦੇ ਡੋਲੇ ਜਵਾਨੀ ਚੜ ਗਈ। ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਵੀ ਬਾਬੂ ਰਾਜਬਲੀ ਦੀ ਕਵਿਸ਼ਰੀ ਨੂੰ ਆਪਣੀ ਆਵਾਜ਼ ਨਾਲ ਸ਼ਿੰਗਾਰ ਕੇ ਲੋਕਾਂ ਦੇ ਰੂਬਰੂ ਕੀਤਾ ਹੈ। ਨਾਮ ਨੂੰ ਸਵੇਰਾ ਚੰਗਾ, ਸੰਤਾਂ ਨੂੰ ਡੇਰਾ ਚੰਗਾ, ਚੋਰ ਨੂੰ ਹਨੇਰਾ ਚੰਗਾ, ਜਿੱਥੇ ਕਿਤੇ ਲੁਕ ਜੇ। ਇੱਕ ਗੋਤ ਖੇੜਾ ਚੰਗਾ, ਖੇਤ ਲਾਉਣਾ ਗੇੜਾ ਚੰਗਾ, ਜੰਗ ਦਾ ਨਵੇੜਾ ਚੰਗਾ, ਜੇ ਕਲੇਸ਼ ਮੁੱਕ ਜੇ।
ਤਹਿਸੀਲ ਹੋ ਜੇ ਖਾਰਜੀ ਅਪੀਲ ਹੋ ਜੇ ਪੌੜੀਆਂ ਵਕੀਲ ਹੋ ਜੇ ਵੇਖ ਲੋਕੀ ਹੱਸਦੀ ਓ ਲੱਤੋਂ ਲੰਗਾ ਬੈਲ ਹੋ ਜੇ ਬੁੜਾ ਜੇ ਬਟੈਲ ਹੋ ਜੇ ਫੀਮ ਦਾ ਜੇ ਬੈਲ ਹੋ ਜੇ ਇਤੋਂ ਦੁੱਖ ਕੋਈ ਨਾ ਕੋਣ ਦਾ ਜੇ ਦੁੱਖ ਹੋ ਜੇ ਬਾਤ ਟੇਡਾ ਰੁੱਖ ਹੋ ਜੇ ਗੁਰੂ ਤੋਂ ਬੇਮੁਖ ਹੋ ਜੇ ਦੋ ਜਹਾਨੀ ਕੋਈ ਨਾ ਉਹ ਨੀਤ ਚ ਫਰਕ ਜੇ ਰਸੈਣ ਦਾ ਠਰਕ ਹੋ ਜੇ ਪੇੜੀ ਜੇ ਗਰਕ ਹੋ ਜੇ ਨਿਕਲੇ ਡਬੋਈ ਨਾ ਰਾਜੇ ਤੇ ਚੜਾਈ ਹੋ ਜੇ ਖਰਾਬ ਜਵਾਈ ਹੋ ਜੇ ਖਾੜੇ ਚ ਲੜਾਈ ਹੋ ਜੇ ਬਾਬੂ ਚੰਗੀ ਹੋਈ ਨਾ ਸੋ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਣਾ ਤੇ ਆਪਣੀ ਫੀਡਬੈਕ ਦੇਣ ਦੇ ਲਈ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। ਸਾਡਾ WhatsApp ਨੰਬਰ ਹੈ 9214100666 ਤੇ ਜੇਕਰ ਤੁਸੀਂ ਵੀ ਪੰਜਾਬ ਦੇ ਕਿਸੇ ਗੁਆਚੇ ਰੰਗ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਹੋ ਜਾਂ ਕੋਈ ਅਜਿਹਾ ਵਿਸ਼ਾ ਜਿਸ ਬਾਰੇ ਤੁਹਾਨੂੰ ਲੱਗਦਾ ਹੈ ਕਿ ਇਸ ਪ੍ਰੋਗਰਾਮ 'ਚ ਅਸੀਂ ਸ਼ਾਮਲ ਕਰੀਏ ਤਾਂ ਤੁਸੀਂ ਆਪਣੇ ਸੁਝਾਅ ਜਾਂ ਮੈਸੇਜ ਸਾਨੂੰ WhatsApp ਕਰ ਸਕਦੇ ਹੋ 9214100666 ਤੇ ਜਾਂ ਫਿਰ ਤੁਸੀਂ ਮੇਲ ਕਰ ਸਕਦੇ ਹੋ info@radiopunjabtoday.com ਤੇ ਤੁਸੀਂ ਇਹ ਸਾਡਾ ਪ੍ਰੋਗਰਾਮ ਸਾਡੇ ਫੇਸਬੁੱਕ ਪੇਜ ਤੇ ਵੀ ਸੁਣ ਸਕਦੇ ਹੋ। ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਬੇਕਰਸਫੀਲਡ ਤੋਂ ਭਰਪੂਰ ਸਿੰਘ ਬਰਾੜ ਮੱਲੇ ਵਾਲੇ, ਇੰਦਰਜੀਤ ਦਿਓਲ ਐਂਡ ਬ੍ਰਦਰਜ਼, ਕੁਲਵੰਤ ਬਰਾੜ, ਬਲਬੀਰ ਮਾਨਕ, ਬਲਬੀਰ ਸਿੰਘ ਉਸਮਾਨਪੁਰ ਤੇ ਹਰਜਾਪ ਸਿੰਘ ਨੇ। ਸੋ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਇਸੇ ਤਰ੍ਹਾਂ ਪੰਜਾਬ ਦੇ ਹੋਰ ਗਵਾਚੇ ਰੰਗਾਂ ਬਾਰੇ ਚਰਚਾ ਕਰਾਂਗੇ ਅਗਲੇ ਪ੍ਰੋਗਰਾਮਾਂ 'ਚ। ਤੇ ਹੁਣ ਮੈਨੂੰ ਦਿਓ ਜੀ ਇਜਾਜ਼ਤ।